बेटा ਆਪਾਂ ਕੱਲ੍ਹ ਦੀ ਕਲਾਸ ਵਿੱਚ ਬੀਬੀ ਭਾਨੀ ਜੀ ਪਾਠ ਤੱਕ ਪੜ੍ਹਿਆ ਸੀ ਕਿ ਮਾਂ ਭਾਨੀ ਦੀਆਂ ਬਰਕਤਾਂ ਵਾਲੀਆਂ ਲੋਰੀਆਂ ਨੇ ਇੱਕ ਅਜਿਹੇ ਯੋਧੇ ਨੂੰ ਜਨਮ ਦਿੱਤਾ ਜਿਸ ਨੇ ਗੁਰੂ ਘਰ ਵਿੱਚ ਚੱਲਦੀ ਆ ਰਹੀ ਸ਼ਾਂਤ ਲਹਿਰ ਨੂੰ ਝੰਜੋੜ ਕੇ ਮੀਰੀ ਪੀਰੀ ਦੇ ਨਾਲ ਮੀਰੀ ਵੀ ਜੋੜ ਦਿੱਤੀ। ਆਓ ਹੁਣ ਆਪਾਂ ਪਾਠ ਅੱਗੇ ਪੜ੍ਹਦੇ ਹਾਂ। ਵਿਆਹਯੋਗ ਹੋਣ 'ਤੇ ਮਾਤਾ ਮਨਸਾ ਦੇਵੀ ਜੀ ਨੇ ਗੁਰੂ ਰਾਮਦਾਸ ਜੀ ਅੱਗੇ ਜ਼ਿਕਰ ਕੀਤਾ। ਉਹਨਾਂ ਨੇ ਪੁੱਤਰੀ ਲਈ ਵਰ ਲੱਭਣ ਲਈ ਕਿਹਾ। ਜਦੋਂ ਬੀਬੀ ਭਾਨੀ ਜੀ ਵੱਡੇ ਹੋਏ ਤਾਂ ਉਹਨਾਂ ਦੇ ਲਈ ਵਰ ਲੱਭਣ ਲਈ ਮਾਤਾ ਮਨਸਾ ਦੇਵੀ ਜੀ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ। ਇਹ ਇੱਛਾ ਵੀ ਪ੍ਰਗਟ ਕੀਤੀ ਕਿ ਵਰ ਭਾਈ ਜੇਠਾ ਵਰਗਾ ਹੋਣਾ ਚਾਹੀਦਾ ਹੈ ਅਤੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਬੀਬੀ ਭਾਨੀ ਜੀ ਲਈ ਭਾਈ ਜੇਠਾ ਜੀ ਵਰਗਾ ਕੋਈ ਵਰ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਜੇਠਾ ਤਾਂ ਜੇਠਾ ਹੀ ਹੋ ਸਕਦਾ ਹੈ, ਉਸ ਤੋਂ ਸਿਵਾਏ ਹੋਰ ਕੋਈ ਨਹੀਂ। ਕਿ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਜੇਠਾ ਵਰਗਾ ਕੀ ਹੋਣਾ ਚਾਹੀਦਾ ਹੈ, ਉਹ ਤਾਂ ਆਪਣੇ ਆਪ ਵਿੱਚ ਵਿਸ਼ੇਸ਼ ਹਨ, ਉਹਨਾਂ ਵਰਗਾ ਕੋਈ ਨਹੀਂ ਹੋ ਸਕਦਾ। ਜੇਠਾ ਜੀ ਕੌਣ ਸਨ? ਜੇਠਾ ਜੀ ਬਾਅਦ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਬਣੇ। ਜੇਠਾ ਜੀ ਵੇਖਣ ਨੂੰ ਬਹੁਤ ਹੀ ਸੁੰਦਰ ਸਨ। ਇਸ ਤਰ੍ਹਾਂ ਜੇਠਾ ਜੀ ਨੂੰ ਵਿਆਹ ਲਈ ਚੁਣਿਆ ਗਿਆ। ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕੀਤਾ ਗਿਆ। ਵਿਆਹ ਤੋਂ ਬਾਅਦ ਬੀਬੀ ਭਾਨੀ ਜੀ ਅਤੇ ਜੇਠਾ ਜੀ ਗੁਰੂ ਅਮਰਦਾਸ ਜੀ ਦੇ ਨੇੜੇ ਹੀ ਰਹਿਣ ਲੱਗੇ, ਉਹਨਾਂ ਦੇ ਕੋਲ ਹੀ ਰਹਿਣ ਲੱਗੇ। ਗੁਰੂ ਜੀ ਨੇ ਕਈ ਵਾਰ ਜੇਠਾ ਜੀ ਦੀ ਪ੍ਰੀਖਿਆ ਲਈ। ਗੁਰੂ ਅਮਰਦਾਸ ਜੀ ਨੇ ਕਈ ਵਾਰ ਜੇਠਾ ਜੀ ਦੀ ਪ੍ਰੀਖਿਆ ਲਈ, ਜਿਸ ਵਿੱਚ ਉਹ ਹਰ ਵਾਰ ਖਰੇ ਉਤਰੇ, ਭਾਵ ਪ੍ਰੀਖਿਆ ਵਿੱਚ ਪਾਸ ਹੋਏ। ਬੀਬੀ ਜੀ ਦੇ ਘਰ 3 ਪੁੱਤਰਾਂ ਨੇ ਜਨਮ ਲਿਆ। 3 ਪੁੱਤਰ ਹੋਏ ਬੀਬੀ ਭਾਨੀ ਜੀ ਦੇ ਘਰ, ਜਿਨ੍ਹਾਂ ਵਿੱਚੋਂ ਪ੍ਰਿਥੀ ਚੰਦ ਜੀ ਸਭ ਤੋਂ ਵੱਡੇ ਸਨ ਪਹਿਲੇ, ਮਹਾਦੇਵ ਜੀ ਦੂਜੇ ਸਨ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਸਭ ਤੋਂ ਛੋਟੇ ਅਤੇ ਤੀਜੇ ਪੁੱਤਰ ਸਨ। ਬੀਬੀ ਜੀ ਅੰਦਰ ਮਨੁੱਖਤਾ ਦੇ ਹਾਵ ਭਾਵ ਕੁੱਟ-ਕੁੱਟ ਕੇ ਭਰੇ ਹੋਏ ਸਨ, ਭਾਵ ਉਹਨਾਂ ਦੇ ਮਨ ਵਿੱਚ ਮਾਨਵਤਾ ਦਾ ਭਾਵ ਕੁੱਟ-ਕੁੱਟ ਕੇ ਭਰਿਆ ਹੋਇਆ ਸੀ, ਬਹੁਤ ਜ਼ਿਆਦਾ ਸੀ। ਉਹ ਮਾਨਵਤਾ ਨੂੰ ਪਿਆਰ ਕਰਨ ਵਾਲੇ ਸਨ। ਬੀਬੀ ਜੀ ਨੇ ਕੁਝ ਅਜਿਹੇ ਜੀਵਨ ਮੁੱਲਾਂ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜੋ ਤਪ, ਤਿਆਗ, ਸੇਵਾ ਭਾਵ ਅਤੇ ਕੁਰਬਾਨੀ ਦੇ ਜਜ਼ਬੇ ਨਾਲ ਭਰਿਆ ਹੋਇਆ ਸੀ। ਇਤਿਹਾਸ ਨੂੰ ਅਤਿ ਨਾਜ਼ੁਕ ਅਤੇ ਸੰਕਟ ਭਰੇ ਦੌਰ ਵਿੱਚ ਇੱਕ ਮਹਾਨ ਜ਼ਿੰਮੇਵਾਰੀ ਸੌਂਪਣੀ ਸੀ। ਇਸ ਕਰਕੇ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਵਰ ਮੰਗਣ ਲਈ ਕਿਹਾ ਤਾਂ ਆਪ ਨੇ ਗੁਰੂ ਪਰੰਪਰਾ ਆਪਣੇ ਹੀ ਵੰਸ਼ ਵਿੱਚ ਚੱਲਦੀ ਰਹਿਣ ਦਾ ਵਰ ਮੰਗਿਆ। ਜਦੋਂ ਸ਼੍ਰੀ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਵਰਦਾਨ ਮੰਗਣ ਲਈ ਕਿਹਾ ਤਾਂ ਆਪ ਨੇ ਕਿਹਾ ਕਿ ਜਿਹੜੀ ਗੁਰੂ ਪਰੰਪਰਾ ਹੈ ਉਹ ਸਾਡੇ ਆਪਣੇ ਵੰਸ਼ ਮਤਲਬ ਖਾਨਦਾਨ ਵਿੱਚ ਹੀ ਚੱਲਦੀ ਰਹਿਣੀ ਚਾਹੀਦੀ ਹੈ, ਮੈਨੂੰ ਤਾਂ ਇਹ ਵਰਦਾਨ ਦੇ ਦਿਓ। ਪਰ ਆਪ ਜੀ ਨੂੰ ਪਤਾ ਨਹੀਂ ਸੀ ਕਿ ਬਿਨਾਂ ਵਿਚਾਰੇ ਜੋ ਵਰ ਆਪ ਨੇ ਮੰਗਿਆ ਹੈ ਉਸ ਦਾ ਨਤੀਜਾ ਸੰਕਟਾਂ ਤੋਂ ਰਹਿਤ ਨਹੀਂ ਹੋਵੇਗਾ। ਪਰ ਆਪ ਜੀ ਨੂੰ ਬੀਬੀ ਭਾਨੀ ਜੀ ਨੂੰ ਇਹ ਨਹੀਂ ਪਤਾ ਸੀ ਕਿ ਜੋ ਵਰਦਾਨ ਉਹ ਮੰਗ ਰਹੇ ਹਨ ਬਿਨਾਂ ਸੋਚੇ ਸਮਝੇ, ਉਸ ਦਾ ਨਤੀਜਾ ਕੀ ਹੋਵੇਗਾ ਅਤੇ ਇਸ ਨਾਲ ਕਿੰਨੇ ਸੰਕਟ ਆਉਣਗੇ। ਅਤੇ ਇਹੀ ਕਥਨ ਭਵਿੱਖ ਵਿੱਚ ਸਹੀ ਨਿਕਲਿਆ। ਜਿਹੜੇ ਉਹਨਾਂ ਦੇ ਕਹੇ ਹੋਏ ਵਾਕ ਸੀ ਇਹ ਆਉਣ ਵਾਲੇ ਸਮੇਂ ਵਿੱਚ ਸਹੀ ਨਿਕਲੇ। ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜ਼ਾਦਿਆਂ ਨੂੰ ਕਿੰਝ ਕੁਰਬਾਨੀਆਂ ਦੇਣੀਆਂ ਪਈਆਂ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਖਾਤਰ ਆਪਣਾ ਬਲੀਦਾਨ ਦੇ ਕੇ ਸ਼ਹੀਦਾਂ ਦੇ ਸਿਰਤਾਜ ਹੋਣ ਦਾ ਮਾਣ ਪ੍ਰਾਪਤ ਕੀਤਾ ਅਤੇ
ਉਸ ਤੋਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜੋ ਸ਼ਹਾਦਤ ਦਿੱਤੀ ਹਿੰਦੂ ਧਰਮ ਲਈ, ਉਹ ਵੀ ਯਾਦ ਰੱਖਣ ਯੋਗ ਹੈ। ਉਸ ਤੋਂ ਬਾਅਦ ਚਾਰੋਂ ਸਾਹਿਬਜ਼ਾਦਿਆਂ ਨੇ ਜੋ ਦਲੇਰੀ ਭਰੀਆਂ ਕੁਰਬਾਨੀਆਂ ਦਿੱਤੀਆਂ, ਉਹ ਵੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਪਰ ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਆਤਮਾ ਆਪਣੇ ਦੁੱਖਾਂ ਵਿੱਚ ਭਾਵੁਕ ਹੋ ਕੇ ਡੋਲੀ ਨਹੀਂ, ਪਰ ਇਹ ਹਮੇਸ਼ਾ ਆਸ਼ਾਵਾਦੀ ਰਹਿਣ ਵਾਲੀ ਜਿਹੜੀ ਆਤਮਾ ਸੀ, ਦੁੱਖਾਂ ਵਿੱਚ ਭਾਵਨਾ ਵਿੱਚ ਨਹੀਂ ਬੋਲੀ, ਮਨ ਨੂੰ ਦੁਖੀ ਨਹੀਂ ਕੀਤਾ, ਡੁਲਾਇਆ ਨਹੀਂ, ਸਗੋਂ ਇਸ ਗੱਲ ਦਾ ਅਹਿਸਾਸ ਕਰਵਾਇਆ ਕਿ ਅਜਿਹੇ ਦਿਲ ਹਿਲਾ ਦੇਣ ਵਾਲੇ ਜ਼ੁਲਮ ਉਹਨਾਂ ਦਾ ਖਾਨਦਾਨ ਹੀ ਸਹਿ ਸਕਦਾ ਹੈ। ਸਗੋਂ ਇਸ ਚੀਜ਼ ਦਾ ਅਹਿਸਾਸ ਕਰਵਾਇਆ, ਮਹਿਸੂਸ ਕਰਵਾਇਆ ਇਸ ਗੱਲ ਨੂੰ ਕਿ ਅਜਿਹੇ ਜਿਹੜੇ ਜ਼ੁਲਮ ਹੋਏ ਉਹਨਾਂ ਦੇ ਖਾਨਦਾਨ 'ਤੇ, ਉਹ ਸਿਰਫ ਉਹਨਾਂ ਦਾ ਖਾਨਦਾਨ ਹੀ ਸਹਿਣ ਕਰ ਸਕਦਾ ਹੈ। ਅਜਿਹੇ ਜ਼ੁਲਮ ਜਿਹੜੇ ਦਿਲ ਨੂੰ ਵੀ, ਜਿਨ੍ਹਾਂ ਨੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ, ਮਨਾਂ ਨੂੰ ਝੰਜੋੜ ਦਿੱਤਾ ਸੀ, ਉਹਨਾਂ ਨੇ ਦੁੱਖ ਸੁੱਖ ਨੂੰ ਨਦੀ ਦੇ ਦੋ ਕਿਨਾਰਿਆਂ ਦੀ ਤਰ੍ਹਾਂ ਲਿਆ। ਉਹਨਾਂ ਨੇ ਸੁੱਖ ਦੁੱਖ ਨੂੰ ਨਦੀ ਦੇ ਦੋ ਕਿਨਾਰਿਆਂ ਦੀ ਤਰ੍ਹਾਂ ਸਮਝਿਆ ਕਿ ਸੁੱਖ ਦੁੱਖ ਜ਼ਿੰਦਗੀ ਦੇ ਹਿੱਸੇ ਹਨ, ਦੋ ਹਿੱਸੇ ਹਨ, ਦੋ ਕਿਨਾਰੇ ਹਨ ਜੋ ਆਪਸ ਵਿੱਚ ਮਿਲਦੇ ਨਹੀਂ, ਪਰ ਆਪਣੀ ਹੋਂਦ ਦਾ ਅਹਿਸਾਸ ਜ਼ਰੂਰ ਕਰਵਾਉਂਦੇ ਹਨ। ਨਦੀ ਦੇ ਕਿਨਾਰੇ ਆਪਸ ਵਿੱਚ ਮਿਲਦੇ ਨਹੀਂ, ਪਰ ਦੋਨਾਂ ਦਾ ਅਸਤਿਤਵ ਕੀ ਹੈ ਇਹ ਮਹਿਸੂਸ ਕਰਵਾ ਦਿੰਦੇ ਆ। ਭਾਵ ਸੁੱਖ ਦੁੱਖ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਆਉਂਦੇ ਹਨ, ਉਹਨਾਂ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ ਹੈ। ਸਿੱਖ ਧਰਮ ਵਿੱਚ ਗੁਰੂ ਪਤਨੀ ਨੂੰ ਸਨਮਾਨ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਹੈ। ਗੁਰੂਆਂ ਦੀ ਪਤਨੀ ਨੂੰ ਇੱਜ਼ਤ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ, ਤਾਂ ਹੀ ਉਹਨਾਂ ਨੂੰ ਗੁਰੂ ਮਹਿਲ ਨਾਮ ਨਾਲ ਸੰਬੋਧਿਤ ਕੀਤਾ ਜਾਂਦਾ ਹੈ, ਤਾਂ ਹੀ ਉਹਨਾਂ ਨੂੰ ਗੁਰੂ ਮਹਿਲ ਕਿਹਾ ਜਾਂਦਾ ਹੈ। ਗੁਰੂ ਮਹਿਲ ਦਾ ਮਤਲਬ ਗੁਰੂ ਪਤਨੀਆਂ ਨਾਮ ਨਾਲ ਸੰਬੋਧਿਤ ਕੀਤਾ ਜਾਂਦਾ, ਇੱਕ ਮਾਣ ਵਾਲੇ ਸ਼ਬਦ ਕਹੇ ਜਾਂਦੇ ਆ ਉਹਨਾਂ ਲਈ। ਉਂਝ ਤਾਂ ਸਿੱਖ ਧਰਮ ਵਿੱਚ ਗੁਰੂ ਮਹਿਲਾਂ ਨੇ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਇਆ ਹੈ, ਪਰ ਭਗਤੀ ਭਾਵ ਦੁਆਰਾ ਜੋ ਸਥਾਨ ਬੀਬੀ ਭਾਨੀ ਜੀ ਨੂੰ ਪ੍ਰਾਪਤ ਹੋਇਆ ਹੈ, ਉਹ ਹੋਰ ਕਿਸੇ ਨੂੰ ਹਾਸਲ ਨਹੀਂ ਹੋਇਆ। ਹੁਣ ਤਾਂ ਸਿੱਖ ਧਰਮ ਵਿੱਚ ਹੋਰ ਵੀ ਗੁਰੂ ਮਹਿਲ ਹੋਈਆਂ ਹਨ, ਜਿਨ੍ਹਾਂ ਨੇ ਆਪਣੀ ਸਮਰੱਥਾ, ਆਪਣੀ ਤਾਕਤ ਅਨੁਸਾਰ ਯੋਗਦਾਨ, ਸਹਿਯੋਗ ਦਿੱਤਾ, ਪਰ ਭਗਤੀ ਭਾਵ ਦਾ ਜੋ ਉਦਾਹਰਨ ਬੀਬੀ ਭਾਨੀ ਜੀ ਨੇ ਦਿੱਤਾ ਹੈ, ਉਹ ਕਿਸੇ ਹੋਰ ਨੇ ਨਹੀਂ ਦਿੱਤਾ। ਬੀਬੀ ਭਾਨੀ ਜੀ ਗੁਰੂ ਭਾਵ, ਸੇਵਾ ਭਾਵ ਰੱਖਣ ਵਾਲੇ, ਕਸ਼ਟ ਸਹਿਣ ਵਿੱਚ ਸਾਹਸੀ, ਮਿਹਨਤੀ ਅਤੇ ਦੂਰਅੰਦੇਸ਼ੀ ਸਨ। ਦੂਰਅੰਦੇਸ਼ੀ ਆਉਣ ਵਾਲੇ ਸਮੇਂ ਵਿੱਚ ਕੀ ਹੋਣਾ ਇਸ ਦਾ ਅੰਦਾਜ਼ਾ ਲਗਾ ਲੈਂਦੇ ਸਨ। ਗੁਰੂ ਘਰ ਦੀ ਸੇਵਾ, ਲੰਗਰ ਦੀ ਸੇਵਾ ਕਰਨ ਵਿੱਚ ਮਾਹਰ ਪਰਫੈਕਟ, ਨਿਪੁੰਨ। ਬੀਬੀ ਭਾਨੀ ਜੀ ਨੇ ਇਸ ਗੱਲ ਦੀ ਸੋਝੀ ਵੀ ਦਿੱਤੀ, ਸੂਝ ਸਮਝ ਕਿ ਸਬਰ ਸੰਤੋਖ ਨਾਲ ਦੁੱਖਾਂ ਨੂੰ ਸਹਿਣਾ ਚਾਹੀਦਾ ਹੈ। ਗੁਰੂ ਘਰ ਦੀ ਸੇਵਾ ਕਰਨ ਵਾਲੇ ਅਤੇ ਲੰਗਰ ਦੀ ਸੇਵਾ ਵਿੱਚ ਨਿਪੁੰਨ ਬੀਬੀ ਭਾਨੀ ਜੀ ਨੇ ਲੋਕਾਂ ਨੂੰ ਇਹ ਵੀ ਸਿਖਾਇਆ ਕਿ ਸਬਰ ਸੰਤੋਖ ਨਾਲ ਦੁੱਖਾਂ ਨੂੰ ਸਹਿਣ ਕਰਨਾ ਚਾਹੀਦਾ ਹੈ, ਤਾਂ ਹੀ ਗੁਰੂ ਰੱਖਿਆ ਕਰਦਾ ਹੈ। ਜੇ ਆਪਾਂ ਸਬਰ ਸੰਤੋਖ ਨਾਲ ਇਹ ਸਭ ਕੁਝ ਸਹਿਣ ਕਰਾਂਗੇ, ਤਾਂ ਹੀ ਸਾਡੀ ਗੁਰੂ ਰਕਸ਼ਾ ਕਰੇਗਾ, ਰੱਖਿਆ ਕਰੇਗਾ। 1655 ਈਸਵੀ ਵਿੱਚ ਬੀਬੀ ਜੀ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਈ। 1655 ਈਸਵੀ ਵਿੱਚ ਗੋਇੰਦਵਾਲ ਨਾਮਕ ਜਗ੍ਹਾ 'ਤੇ ਬੀਬੀ ਭਾਨੀ ਜੀ ਨੇ ਚੋਲਾ ਛੱਡ ਦਿੱਤਾ, ਭਾਵ ਜਿਹੜੀ ਜੋਤ ਹੈ ਜੋਤੀ ਵਿੱਚ ਸਮਾ ਗਈ, ਸੰਸਾਰ ਨੂੰ ਤਿਆਗ ਦਿੱਤਾ। ਆਪਣੀ ਕੌਮ ਲਈ ਚੰਗੀ ਸੇਧ ਪ੍ਰਦਾਨ ਕਰਨ ਵਾਲੀ ਬੀਬੀ ਭਾਨੀ ਜੀ ਵਰਗੀ ਸ਼ਖਸੀਅਤ ਦੀ ਲੋੜ ਹੈ, ਜਿਹੜੀ ਆਪਣੀ ਕੌਮ ਲਈ ਇੱਕ ਚੰਗੀ ਅਗਵਾਈ ਪ੍ਰਦਾਨ ਕਰ ਸਕੇ, ਉਹਨੂੰ ਸਹੀ ਰਾਸਤਾ ਦਿਖਾ ਸਕੇ। ਇਸ ਤਰ੍ਹਾਂ ਬੀਬੀ ਭਾਨੀ ਜੀ ਵਰਗੀ ਹੋਰ ਸ਼ਖਸੀਅਤ ਦੀ ਜ਼ਰੂਰਤ ਹੈ, ਜੋ ਕੌਮ ਅਤੇ ਇਤਿਹਾਸ ਨੂੰ ਨਵਾਂ ਮੋੜ ਦੇ ਸਕੇ, ਜੋ ਇਤਿਹਾਸ ਨੂੰ ਅਤੇ ਕੌਮ ਨੂੰ ਇੱਕ ਨਵਾਂ ਮੋੜ ਦੇ ਸਕੇ, ਮਤਲਬ ਇੱਕ ਨਵਾਂ ਅਧਿਆਇ ਜੋੜ ਸਕੇ, ਇੱਕ ਨਵਾਂ ਉਦਾਹਰਨ ਦੇ ਸਕੇ।
ਬੇਟਾ ਇਹ ਲੈਸਨ ਧਿਆਨ ਨਾਲ ਰੀਡ ਕਰਨਾ, ਇਹਦੇ 'ਚੋਂ ਇੱਕ ਵਾਕ ਵਾਲੇ ਪ੍ਰਸ਼ਨ ਉੱਤਰ ਵੀ ਕਰਨੇ ਹਨ। ਇਹਦੇ ਵਿੱਚੋਂ ਵੱਡੇ ਪ੍ਰਸ਼ਨ ਵੀ ਆਉਣਗੇ। ਲੈਸਨ ਧਿਆਨ ਨਾਲ ਪੜ੍ਹਨਾ ਔਰ 1 ਨੰਬਰ ਵਾਲੇ ਪ੍ਰਸ਼ਨ ਉੱਤਰ 10 ਪ੍ਰਸ਼ਨ ਉੱਤਰ ਲਿਖ ਲੈਣਾ ਫਿਰ ਨੋਟਬੁੱਕ 'ਤੇ। ਧੰਨਵਾਦ।